ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਟੀਚਿੰਗਸ ਦੇ ਪਲੇਟਫਾਰਮ ਤੋਂ ਚੱਲ ਰਹੀਆਂ ਵੀਕਲੀ ਗੁਰਮਤਿ ਸੈਸ਼ਨਸ ਦੇ ਵਿੱਚ ਅਸੀਂ ਜੋ ਬੇਸਿਕਸ ਆਫ ਗੁਰਬਾਣੀ ਦਾ ਟੌਪਿਕ ਬੱਚਿਆਂ ਨਾਲ ਡਿਸਕਸ ਕਰ ਰਹੇ ਹਾਂ, ਉਹਦੇ ਵਿੱਚ ਅੱਜ ਅਸੀਂ ਸੈਸ਼ਨ ਦੀ ਸ਼ੁਰੂਆਤ ਇੱਕ ਗਰੁੱਪ ਐਕਟੀਵਿਟੀ ਨਾਲ ਕੀਤੀ, ਜੋ ਕਿ ਕੰਟੀਨਿਊਸ਼ਨ ਦੇ ਵਿੱਚ ਸੀਗੀ, ਜੋ ਕਿ ਅਸੀਂ ਪਿਛਲੇ ਹਫ਼ਤਿਆਂ ਤੋਂ ਬੱਚਿਆਂ ਦੇ ਨਾਲ ਇੱਕ ਐਕਟੀਵਿਟੀ ਜੋ ਡਿਸਕਸ ਕਰਦੇ ਆ ਰਹੇ ਹਾਂ, ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਇੱਕ ਰਿਸਰਚ ਟਾਸਕ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਾਫੀ ਕਿਸੇ ਵੀ ਸਬਜੈਕਟ ਦੇ ਉੱਤੇ ਰਿਸਰਚ ਕਰਨੀ ਸੀ। ਫਿਰ ਉਸ ਰਿਸਰਚ ਨੂੰ ਵਧਾਉਂਦੇ ਹੋਇਆ ਸੇਮ ਸਬਜੈਕਟ ਦੇ ਉੱਤੇ ਜਿਹੜੇ ਹੋਰ ਰਿਸਰਚਰਸ ਨੇ ਉਹਨਾਂ ਨੂੰ ਮਿਲਣਾ ਸੀ, ਉਹਨਾਂ ਦੀ ਕੰਟਰੀਬਿਊਸ਼ਨਸ ਲੈਣੀਆਂ ਸੀਗੀਆਂ। ਫਿਰ ਉਹਨਾਂ ਨੂੰ ਇਕੱਠਾ ਕਰਕੇ ਤੇ ਉਹਨਾਂ ਸਾਰਿਆਂ ਨੂੰ ਹੋਰ ਫਿਰ ਫਰਦਰ ਐਡਵਾਂਸ ਕਰਦਿਆਂ ਹੋਇਆ ਉਹਨੂੰ ਕੋਲੈਬੋਰੇਟ ਕਰਨਾ, ਉਹਨੂੰ ਕੰਪਾਈਲ ਕਰਨਾ, ਉਹਨੂੰ ਪਬਲਿਸ਼ ਕਰਾਉਣਾ। ਸੋ ਇਹ ਸਾਰੇ ਟਾਸਕ ਜਿਹੜੇ ਨੇ ਬੱਚੇ ਜਿਹੜੇ ਡਿਸਕਸ ਕਰਦੇ ਆ ਰਹੇ ਸੀ। ਇਹਦੇ ਵਿੱਚ ਅਸੀਂ ਬੱਚਿਆਂ ਨਾਲ ਅੱਜ ਡਿਸਕਸ ਕੀਤਾ ਕਿ ਜੇ ਉਹ ਸਾਰਾ ਕੰਪਾਈਲੇਸ਼ਨ ਕੰਪਲੀਟ ਹੋ ਗਈ ਹੈ ਤੇ ਉਹਨਾਂ ਦੀ ਟੀਚਰ ਹੁਣ ਆ ਕੇ ਉਹਨਾਂ ਨੂੰ ਦੱਸਦੀ ਹੈ ਕਿ ਤੁਹਾਡੇ ਕੋਲ ਇੱਕ ਜਿਹੜਾ ਇੰਪੋਰਟੈਂਟ ਪੀਸ ਆਫ ਇਨਫੋਰਮੇਸ਼ਨ ਉਹ ਇਸ ਰਿਸਰਚ ਦੇ ਵਿੱਚ ਮਿਸਿੰਗ ਹੋ ਗਈ, ਜਿਹੜੀ ਕਿ ਉਹਨਾਂ ਨੂੰ ਪਹਿਲਾਂ ਨਹੀਂ ਦਿੱਤੀ ਗਈ ਤੇ ਹੁਣ ਉਹਨਾਂ ਨੂੰ ਉਹ ਐਡ ਕਰਨੀ ਹੈ। ਤੇ ਉਹ ਕਿਵੇਂ ਰਿਐਕਟ ਕਰਨਗੇ, ਸਿੰਸ ਉਹਨਾਂ ਦੀ ਕੰਪਾਈਲ ਜਿਹੜੀ ਹੈ ਉਹ ਰਿਸਰਚ ਕੰਪਲੀਟ ਸੀਗੀ, ਬੁੱਕ ਕੰਪਾਈਲ ਹੋ ਗਈ ਸੀ, ਤੇ ਉਹਨਾਂ ਦਾ ਰਿਐਕਸ਼ਨ ਕੀ ਹੋਏਗਾ, ਕੀ ਉਹ ਉਸ ਰਿਸਰਚ ਨੂੰ ਉਸ ਆਲਰੇਡੀ ਕੰਪਾਈਲਡ ਇਨਫੋਰਮੇਸ਼ਨ ਵਿੱਚ ਐਡ ਕਰਨਗੇ, ਕੀ ਉਹ ਪੁਸ਼ਬੈਕ ਕਰਨਗੇ। ਸੋ ਉਹਨਾਂ ਨੂੰ ਸਮਝਣ ਦੇ ਲਈ ਇੱਕ ਟਾਸਕ ਜੋ ਅੱਜ ਦਿੱਤਾ ਗਿਆ ਸੀ। ਸੋ ਮੈਜੋਰਿਟੀ ਆਫ ਬੱਚਿਆਂ ਨੇ ਆਪਣੇ ਰਿਸਪੌਂਸ ਦੇ ਵਿੱਚ ਇਹੀ ਦੱਸਿਆ ਕਿ ਹਾਂਜੀ ਅਸੀਂ ਜਦੋਂ ਸਾਨੂੰ ਇਹ ਪਤਾ ਚੱਲੇਗਾ ਤਾਂ ਅਸੀਂ ਕਾਫੀ ਅਪਸੈਟ ਹੋਵਾਂਗੇ, ਅਸੀਂ ਅਨੋਏ ਹੋਵਾਂਗੇ, ਕਿਉਂਕਿ ਅਸੀਂ ਆਪਣਾ ਟਾਸਕ ਕੰਪਲੀਟ ਕਰ ਲਿਆ ਹੈ, ਬੁੱਕ ਕੰਪਾਈਲ ਹੋ ਗਈ ਹੈ, ਤੇ ਸਾਡੇ ਵਾਸਤੇ ਈਜ਼ੀ ਨਹੀਂ ਹੋਏਗਾ ਇਸ ਟਾਸਕ ਨੂੰ ਲੈਣਾ। ਬਟ ਐਟ ਦ ਸੇਮ ਟਾਈਮ ਬੱਚਿਆਂ ਨੇ ਇਹ ਵੀ ਦੱਸਿਆ ਕਿ ਹਾਂਜੀ ਜੇ ਉਹ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਹੋਏਗੀ ਤਾਂ ਅਸੀਂ ਉਸ ਇਨਫੋਰਮੇਸ਼ਨ ਨੂੰ ਜ਼ਰੂਰ ਐਡ ਕਰਾਂਗੇ, ਕਿਉਂਕਿ ਜੇ ਉਹ ਸਾਡੀ ਰਿਸਰਚ ਦੇ ਵਿੱਚ ਅੱਗੇ ਫਰਦਰ ਸਪੋਰਟ ਦੇਗੀ ਜਾਂ ਉਹਨੂੰ ਕੰਪਲੀਟ ਕਰਨ ਦੇ ਲਈ ਸਹਾਈ ਹੋਏਗੀ ਤਾਂ ਅਸੀਂ ਉਹਨੂੰ ਐਡ ਜ਼ਰੂਰ ਕਰਾਂਗੇ। ਸੋ ਇਹ ਅਸੀਂ ਐਕਟੀਵਿਟੀ ਕਿਉਂ ਕੀਤੀ, ਇਸ ਕਰਕੇ ਕੀਤੀ ਕਿ ਬੱਚਿਆਂ ਨੂੰ ਅਸੀਂ ਅੱਜ ਸਮਝਾਉਣਾ ਚਾਹੁੰਦੇ ਸੀ ਕਿ ਹਿਸਟਰੀ ਬਾਰੇ ਥੋੜਾ ਜਿਹਾ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕੰਪਾਈਲੇਸ਼ਨ 2 ਵਾਰ ਹੋਈ ਤੇ ਉਹਦੇ ਵਿੱਚ ਕੀ ਕੁਛ ਇਨਵੋਲਵਡ ਸੀਗਾ। ਸੋ ਆਬਵੀਅਸਲੀ ਅਸੀਂ ਸਾਰੇ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਫਸਟ ਟਾਈਮ 1604 ਈਸਵੀ ਦੇ ਵਿੱਚ ਕੰਪਾਈਲ ਕਰਵਾਇਆ ਭਾਈ ਗੁਰਦਾਸ ਜੀ ਦੀ ਹੈਲਪ ਦੇ ਨਾਲ। ਸੋ ਇਹ 1604 ਈਸਵੀ ਵਿੱਚ ਕੰਪਲੀਟ ਹੋ ਗਿਆ ਸੀ ਟਾਸਕ ਜਿਹੜਾ ਸੀਗਾ। ਇਸ ਵਰਜਨ ਦੇ ਵਿੱਚ ਜਦੋਂ ਇਹ ਕੰਪਾਈਲੇਸ਼ਨ ਹੋਈ ਹੈ, ਇਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਬਾਣੀ ਜੋ ਹੈ ਉਹ ਮੌਜੂਦ ਸੀਗੀ। ਲੋਕਲ ਜਿਹੜੇ ਹੋਰ ਬੜੇ ਰਾਈਟਰ ਸੀਗੇ ਉਹ ਵੀ ਗੁਰੂ ਅਰਜਨ ਦੇਵ ਜੀ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਵੀ ਬਾਣੀ ਨੂੰ, ਸਾਡੀਆਂ ਰਾਈਟਿੰਗਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤਾ ਜਾਵੇ। ਪਰ ਆਬਵੀਅਸਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਗਿਆਨ ਹੈ ਉਹ ਐਕਸਪੀਰੀਅੰਸਡ ਤੇ ਬੇਸਡ ਹੈ, ਉਹ ਅਧਿਆਤਮਿਕ ਬੇਸਡ ਹੈ, ਉਹ ਸਾਡੇ ਜੀਵਨ ਮਨੁੱਖਾ ਜਨਮ ਦੇ ਮਨੋਰਥ ਨੂੰ ਪੂਰਾ ਕਰਨ ਦੇ ਲਈ ਗਿਆਨ ਦੇ ਰਿਹਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਰਿਫਿਊਜ਼ ਕੀਤਾ ਕਿ ਇਹ ਜਿਹੜੀ ਬਾਣੀ ਹੈ ਇਹਦੇ ਵਿੱਚ ਹੋਰ ਕਿਸੇ ਦੀ ਇਸ ਤਰ੍ਹਾਂ ਬਾਣੀ ਨੂੰ ਜਾਂ ਰਾਈਟਿੰਗਸ ਨੂੰ ਐਡ ਨਹੀਂ ਕੀਤਾ ਜਾ ਸਕਦਾ, ਕਿ ਸਿਰਫ ਤੇ ਸਿਰਫ ਜਿਹੜੀ ਹੈ ਫੋਕਸਡ ਸੀਗੀ ਬਾਣੀ ਸਿਰਫ ਮਨੁੱਖਾ ਜਨਮ ਦੇ ਉਦੇਸ਼ ਨੂੰ ਪੂਰਾ ਕਰਨ ਦੇ ਲਈ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਢਾਲ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਅਜਮਾ ਕੇ ਦਿਖਾਇਆ, ਉਹਨਾਂ ਦੀਆਂ ਰਾਈਟਿੰਗਸ ਨੂੰ ਇਹਦੇ ਵਿੱਚ ਐਡ ਕੀਤਾ ਗਿਆ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਵੀ ਉਹ ਜਿਹੜੀਆਂ ਰਾਈਟਿੰਗਸ ਉਹਨਾਂ ਪੋਇਟਸ ਦੀਆਂ ਸੀਗੀਆਂ ਉਹ ਗੁਰਬਾਣੀ ਦੇ ਮੈਸੇजेस ਨਾਲ ਅਲਾਈਨਡ ਨਹੀਂ ਸੀਗੀਆਂ, ਤੇ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਐਡ ਕਰਨ ਦੇ ਲਈ ਮਨਾ ਕਰ ਦਿੱਤਾ, ਜੋ ਕਿ ਉਹਨਾਂ ਦੀ ਸ਼ਹੀਦੀ ਦਾ ਇੱਕ ਵੱਡਾ ਕਾਰਨ ਵੀ ਬਣਿਆ। ਫਿਰ ਅਸੀਂ ਇਹ ਵੀ ਸਮਝਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ, ਤੇ ਇਹਦਾ ਇੱਕ ਰੀਜ਼ਨ ਇਹ ਵੀ ਅਸੀਂ ਸਮਝਦੇ ਹਾਂ ਕਿ ਵੀ ਗੁਰਬਾਣੀ ਨੂੰ ਫਰਦਰ ਕੋਈ ਛੇੜਛਾੜ ਨਾ ਕਰ ਸਕੇ, ਉਹਨੂੰ ਫਿਰ ਪ੍ਰੋਟੈਕਟ ਕਰਨ ਦੇ ਲਈ ਇੱਕ ਸੈਂਟਰਲ ਪਲੇਸ ਸਾਡੇ ਕੋਲ ਦਰਬਾਰ ਸਾਹਿਬ ਸੀ ਜਿੱਥੇ ਕਿ ਉਹਦਾ ਪ੍ਰਕਾਸ਼ ਕੀਤਾ ਗਿਆ। ਇਹ ਵੀ ਅਸੀਂ ਸਮਝਿਆ ਕਿ ਵੀ ਇਸ ਨੂੰ ਪ੍ਰਕਾਸ਼ ਕਿਉਂ ਕਹਿੰਦੇ ਆ, ਕਿਉਂਕਿ ਇੱਕ ਮੇਰੇ ਮਨੁੱਖਾ ਜਨਮ, ਜਿਹੜਾ ਮੇਰੇ ਵਰਗੇ ਇਨਸਾਨ ਦਾ ਜਨਮ ਜੋ ਕਿ ਔਗਣਾ ਭਰਪੂਰ ਹੈ, ਇੱਕ ਡਾਰਕ ਜੀਵਨ ਜੀ ਰਿਹਾ ਹੈ, ਉਸ ਜੀਵਨ ਨੂੰ ਸੇਧ ਦੇਣ ਦੇ ਲਈ, ਇੱਕ ਲਾਈਟ, ਇੱਕ ਪ੍ਰਕਾਸ਼ ਦੇਣ ਦੇ ਲਈ, ਉਹਨੂੰ ਇੱਕ ਆਪਣੀ ਜੋਤ ਨਾਲ ਜੁੜਨ ਦੇ ਲਈ, ਇੱਕ ਰਾਈਟ ਪਾਥ ਦਿਖਾਉਣ ਦੇ ਲਈ ਗੁਰਬਾਣੀ ਗਿਆਨ ਦੇ ਰਹੀ ਹੈ। ਇਸ ਕਰਕੇ ਅਸੀਂ ਇੱਦਾਂ ਹੀ ਜਿਹੜੀ ਗੁਰਬਾਣੀ ਪੜ੍ਹਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਖੋਲਦੇ ਹਾਂ ਤਾਂ ਅਸੀਂ ਉਹਨੂੰ ਪ੍ਰਕਾਸ਼ ਕਹਿੰਦੇ ਹਾਂ, ਕਿ ਉਹ ਪ੍ਰਕਾਸ਼ ਮੇਰੇ ਜੀਵਨ ਦੇ ਵਿੱਚ ਇੱਕ ਲਾਈਟ ਦੀ ਤਰ੍ਹਾਂ ਆਉਂਦਾ ਹੈ ਔਰ ਮੈਨੂੰ ਗਿਆਨ ਦਿੰਦਾ ਹੈ ਕਿ ਮੈਂ ਆਪਣੇ ਮਨੁੱਖਾ ਜਨਮ ਦੇ ਉਦੇਸ਼ ਤੇ ਫੋਕਸ ਰਹਿ ਸਕਾਂ, ਉਹਦੇ ਪ੍ਰਤੀ ਕੰਮ ਕਰ ਸਕਾਂ, ਮੈਨੂੰ ਉੱਥੋਂ ਗਿਆਨ ਸਾਰਾ ਮਿਲ ਰਿਹਾ ਹੈ। ਫਿਰ ਅਸੀਂ ਇਹ ਵੀ ਸਮਝਿਆ ਕਿ ਸੈਕਿੰਡ ਟਾਈਮ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਨਾਂ ਕੋਲ ਆ ਗਈ
ਉਸ ਵੇਲੇ ਫਿਰ ਭਾਈ ਮਨੀ ਸਿੰਘ ਜੀ ਦੀ ਸਹਾਇਤਾ ਦੇ ਨਾਲ ਫਿਰ ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੀਕੰਪਾਈਲ ਕਰਵਾਇਆ। ਇਹ ਵੀ ਕਾਫੀ ਵੱਡਾ ਟਾਸਕ ਸੀਗਾ। ਇਹਦੇ ਵਿੱਚ ਫਿਰ ਸਾਰੀ ਜਿਹੜੀ ਐਗਜ਼ਿਸਟਿੰਗ ਨੰਬਰਿੰਗ ਸੀ, ਇੰਡੈਕਸਿੰਗ ਸੀਗੀ, ਉਹ ਸਾਰੀ ਜਿਹੜੀ ਹੈ ਫਿਰ ਅਪਡੇਟ ਕਰਨੀ ਪਈ। ਕਾਫੀ ਵੱਡਾ ਐਕਟੀਵਿਟੀ ਸੀਗੀ, ਬਹੁਤ ਸਮਾਂ ਲੱਗਿਆ। ਇਹ ਸਾਰੀ ਕੰਪਾਈਲਾਈਜੇਸ਼ਨ ਜਿਹੜੀ ਹੋਈ, ਇਹ ਕੰਪਾਈਲੇਸ਼ਨ ਜਿਹੜੀ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਹੋਈ, ਇਸ ਕਰਕੇ ਇਸ ਵਰਜਨ ਨੂੰ ਦਮਦਮੀ ਬੀੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੋ ਫਿਰ ਗੁਰੂ ਸਾਹਿਬ ਜੀ ਜੋ ਹੈ, ਜਦੋਂ ਇਹ ਸਾਰੀ ਕੰਪਾਈਲਾਈਜੇਸ਼ਨ ਹੋ ਰਹੀ ਸੀਗੀ, ਤੇ ਇਹ ਸਾਰੇ ਜਿਹੜੇ ਡਿਫਰੈਂਟ ਜਿਹੜੇ ਇੰਡੀਵਿਜੂਅਲਸ ਦੇ ਵਿੱਚ ਇਨਵੋਲਵ ਸੀਗੇ, ਜਦੋਂ ਰਾਈਟਿੰਗਸ ਨੂੰ ਲੈ ਕੇ ਆਉਂਦੇ ਸੀ, ਲਿਖਦੇ ਸੀਗੇ, ਤੇ ਗੁਰੂ ਸਾਹਿਬ ਸਾਰੇ ਕੰਟੈਕਸਟ ਨੂੰ ਰਿਵਿਊ ਕਰਦੇ ਸੀ। ਰਿਵਿਊ ਕਰਨ ਤੋਂ ਬਾਅਦ ਉਹ ਜਿਵੇਂ ਅਸੀਂ ਅੱਜ ਐਂਡੋਰਸ ਕਰਦੇ ਹਾਂ ਚੀਜ਼ਾਂ ਨੂੰ, ਉਦਾਂ ਗੁਰੂ ਸਾਹਿਬ ਨੇ ਐਂਡੋਰਸ ਕਰਨ ਦੇ ਲਈ ਆਪਣਾ ਵਰਡ ਸ਼ੁੱਧ ਯੂਜ਼ ਕਰਦੇ ਸੀ, ਤਾਂ ਕਿ ਉਹ ਪ੍ਰੂਫ ਹੁੰਦਾ ਸੀ ਕਿ ਵੀ ਇਹ ਸਾਰਾ ਗੁਰੂ ਸਾਹਿਬ ਨੇ ਆਪ ਰਿਵਿਊ ਕੀਤਾ ਹੈ ਤੇ ਇਹਦੇ ਵਿੱਚ ਕੋਈ ਵੀ ਐਰਰ ਨਹੀਂ ਹੈ, ਇਹਨੂੰ ਐਜ਼ ਇਜ਼ ਕਾਪੀ ਕਰ ਲਿਆ ਗਿਆ ਹੈ। ਫਰਦਰ ਅਸੀਂ ਇਹ ਵੀ ਸਮਝਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਓਰੀਜਨਲ ਰੂਪ ਦੇ ਵਿੱਚ ਪਹਿਲਾਂ ਲਿਖੇ ਗਏ, ਉਹ ਕੰਟੀਨਿਊਸ ਫਲੋ ਦੇ ਵਿੱਚ ਸੀਗੇ, ਸ਼ਬਦਾਂ ਦੇ ਵਿੱਚ ਕੋਈ ਵੀ ਜਿਹੜਾ ਸਪੇਸ ਜਾਂ ਬ੍ਰੇਕ ਨਹੀਂ ਸੀਗੀ, ਤਾਂ ਕਿ ਉਹ ਵਰਡਸ ਜਿਹੜੇ ਜੁੜੇ ਹੋਏ ਸੀਗੇ। ਇਸ ਵਰਜਨ ਨੂੰ ਅਸੀਂ ਜਿਹੜਾ ਉਹ ਲੜੀਵਾਰ ਬੀਟ ਦੇ ਰੂਪ ਵਿੱਚ ਜਾਣਦੇ ਹਾਂ। ਜਿਹੜਾ ਇਹ ਸਟਾਈਲ ਆਫ ਰਾਈਟਿੰਗ ਹੈਗਾ, ਇਹਦੇ ਵਿੱਚ ਕਾਫੀ ਜ਼ਿਆਦਾ ਐਫਰਟ ਇਨਵੋਲਵ ਸੀਗੀ ਕਿ ਨਾਟ ਸਾਰੇ ਬੰਦੇ ਇਸ ਤਰ੍ਹਾਂ ਦੀ ਰਾਈਟਿੰਗ ਜਾਂ ਕੈਲੀਗ੍ਰਾਫੀ ਜੋ ਹੈ ਲਿਖ ਸਕਦੇ ਸੀਗੇ। ਸੋ ਕਾਫੀ ਜ਼ਿਆਦਾ ਮੈਨੂਅਲ ਐਫਰਟ ਥੋੜੇ ਜਿਹੇ ਇੰਡੀਵਿਜੂਅਲਾਂ ਨੂੰ ਨਾਲ ਲੈ ਕੇ ਉਹਨਾਂ ਕੋਲੋਂ ਇਹ ਸੇਵਾ ਲਈ ਗਈ। ਜਿੱਦਾਂ ਜਿੱਦਾਂ ਅਸੀਂ ਅੱਗੇ ਆਪਣੇ ਜੀਵਨ ਦੇ ਵਿੱਚ ਵੱਧਦੇ ਗਏ, ਹੌਲੀ ਹੌਲੀ ਪ੍ਰਿੰਟਿੰਗ ਪ੍ਰੈਸ ਦੀ ਇਜਾਦ ਹੋਈ, ਉਹ ਆ ਗਈਆਂ। ਜਦੋਂ ਲੋੜਾਂ ਸਾਡੀਆਂ ਵੱਧ ਗਈਆਂ, ਸਿੱਖਾਂ ਦੀ ਤਾਦਾਦ ਜਿਹੜੀ ਹੈ ਇੱਕ ਛੋਟੇ ਜਿਹੇ ਏਰੀਆ ਤੋਂ ਵੱਧਦੀ ਜਿਓਗ੍ਰਾਫੀਕਲ ਲੋਕੇਸ਼ਨ ਤੇ ਡਾਇਵਰਸ ਹੋ ਗਈ। ਸਾਨੂੰ ਲੋੜ ਸੀਗੀ ਕਿ ਸਾਨੂੰ ਹੋਰ ਕਾਪੀਜ਼ ਚਾਹੀਦੀਆਂ ਸੀ, ਤਾਂ ਕਿ ਸਾਰੇ ਹੀ ਗੁਰਬਾਣੀ ਤੋਂ ਬੈਨੀਫਿਟ ਲੈ ਸਕਣ। ਤੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਿੰਟ ਕਰਨਾ ਸੀ। ਪ੍ਰਿੰਟ ਕਰਨ ਦੇ ਲਈ ਅਸੀਂ ਫਿਰ ਜਦੋਂ ਜਿਹੜੇ ਸਾਨੂੰ ਚੈਲੰਜਿਸ ਆਏ, ਜਿਹੜੇ ਫੌਂਟ ਦੇ ਚੈਲੰਜਿਸ ਆਏ, ਤੇ ਨਾਲੇ ਇਹ ਗੁਰਬਾਣੀ ਨੂੰ ਲੜੀਵਾਰ ਰੂਪ ਵਿੱਚ ਪੜ੍ਹਨ ਦੇ ਲਈ ਹੁਣ ਹੌਲੀ ਹੌਲੀ ਮੇਰੇ ਵਰਗੇ ਇੰਡੀਵਿਜੂਅਲ ਐਗਜ਼ਿਸਟ ਕਰਨ ਲੱਗ ਗਏ, ਜਿਨ੍ਹਾਂ ਦਾ ਇੰਨਾ ਫੋਕਸ ਨਹੀਂ ਸੀਗਾ ਕਿ ਉਹ ਗੁਰਬਾਣੀ ਨੂੰ ਲੜੀਵਾਰ ਸਰੂਪ 'ਚੋਂ ਪੜ੍ਹ ਕੇ ਗਿਆਨ ਲੈ ਸਕਣ। ਤਾਂ ਫਿਰ ਹੌਲੀ ਹੌਲੀ ਅਸੀਂ ਗੁਰਬਾਣੀ ਤੋਂ ਪਦ ਛੇਦ ਕੀਤੇ। ਬੜੇ ਸੰਸਥਾਵਾਂ, ਬੜੇ ਹੀ ਇੰਟਲੈਕਚੁਅਲਸ, ਬਹੁਤ ਹੀ ਜਿਹੜੇ ਬੁੱਧੀਜੀਵੀ ਲੋਕ ਜਿਹੜੇ ਇਹਦੇ ਵਿੱਚ ਇਨਵੋਲਵ ਹੋਏ, ਇਹਨਾਂ ਸਾਰਿਆਂ ਨੇ ਇੱਕ ਉਪਰਾਲੇ ਦੇ ਨਾਲ ਪਦ ਛੇਦ ਗੁਰਬਾਣੀ ਦੇ ਕੀਤੇ, ਸ਼ਬਦਾਂ ਦੇ ਨਿਖੇੜ ਕੀਤਾ। ਉਹ ਜਿਹੜਾ ਜੋ ਕਰੰਟ ਫਾਰਮ ਅਸੀਂ ਅੱਜ ਦੇਖ ਪਾ ਰਹੇ ਹਾਂ, ਇਹਦੇ ਵਿੱਚ ਆਬਵੀਅਸਲੀ ਜੋ ਗੁਰੂ ਸਾਹਿਬ ਨੇ ਪਹਿਲਾਂ ਗੁਰਬਾਣੀ ਨੂੰ ਲਿਖਾਇਆ ਸੀਗਾ ਜਾਂ ਉਹਨੂੰ ਕੰਪਾਈਲ ਕਰਵਾਇਆ ਸੀ, ਤਾਂ ਉਹਨਾਂ ਦੀ ਜੋ ਇੰਟੈਂਸ਼ਨਸ ਨੇ, ਆਬਵੀਅਸਲੀ ਅਸੀਂ ਉਹਨਾਂ ਨਾਲ ਕਦੇ ਵੀ ਅਲਾਈਨ ਨਹੀਂ ਕਰ ਸਕਦੇ। ਪਰ ਜਿੰਨੇ ਵੀ ਜਿਹੜੇ ਇੰਡੀਵਿਜੂਅਲ ਇਸ ਪਦ ਛੇਦ ਟਾਸਕ ਦੇ ਵਿੱਚ ਇਨਵੋਲਵ ਸੀਗੇ, ਉਹਨਾਂ ਨੇ ਆਪਣੇ ਵੱਲੋਂ ਪੂਰਾ ਇਮਾਨਦਾਰੀ ਨਾਲ ਐਫਰਟ ਲਗਾ ਕੇ ਗੁਰਬਾਣੀ ਨੂੰ, ਸ਼ਬਦਾਂ ਨੂੰ ਨਿਖੇੜ ਕੇ ਪਦ ਛੇਦ ਬੀੜ ਦੇ ਰੂਪ ਦੇ ਵਿੱਚ ਫਿਰ ਤਿਆਰ ਕਰਵਾਇਆ। ਅੱਗੇ ਚੱਲਦੇ ਹਾਂ, ਜਿਵੇਂ ਜਿਵੇਂ ਮਾਡਰਨਾਈਜੇਸ਼ਨ ਹੋ ਰਹੀ ਹੈ, ਜਿਵੇਂ ਜਿਵੇਂ ਟੈਕਨੋਲੋਜੀ ਐਡਵਾਂਸ ਹੋ ਰਹੀ ਹੈ, ਫਿਰ ਸਾਨੂੰ ਹੌਲੀ ਹੌਲੀ ਆਨਲਾਈਨ ਪਲੇਟਫਾਰਮ ਦੀ ਐਗਜ਼ਿਸਟੈਂਸ ਦੇ ਨਾਲ ਗੁਰਬਾਣੀ ਨੂੰ ਵੀ ਡਿਜੀਟਾਈਜ਼ ਕੀਤਾ ਗਿਆ। ਗੁਰਬਾਣੀ ਦੀ ਜੋ ਅੱਜ ਅਸੀਂ ਦੇਖ ਪਾ ਰਹੇ ਹਾਂ, ਗੁਰਬਾਣੀ ਵੈਬ ਬਰਾਊਜ਼ਰਸ ਤੇ ਮੋਬਾਈਲ ਐਪਲੀਕੇਸ਼ਨਸ ਦੇ ਸਰੂਪ ਦੇ ਵਿੱਚ ਸਾਡੇ ਕੋਲ ਹੁਣ ਜਿਹੜੀ ਹੈ ਐਗਜ਼ਿਸਟ ਕਰਦੀ ਹੈ। ਬੜੇ ਇਹ ਸੌਫਟਵੇਅਰ ਜਿਹੜੇ ਨੇ, ਇਹਨਾਂ ਕੋਲ ਬੜੇ ਸਾਰੇ ਹੁਣ ਮਲਟੀਪਲ ਫੀਚਰਸ ਵੀ ਇਨਵੋਲਵਡ ਨੇ। ਇਹਨਾਂ ਤੇ ਅਸੀਂ ਬਹੁਤ ਹੀ ਡਿਫਰੈਂਟ ਤਰੀਕਿਆਂ ਦੇ ਨਾਲ ਸਰਚ ਵੀ ਕਰ ਸਕਦੇ ਹਾਂ, ਗੁਰਬਾਣੀ ਨੂੰ ਸੌਖੇ ਤਰੀਕੇ ਨਾਲ ਪੜ੍ਹ ਸਕਦੇ ਹਾਂ, ਰਿਸਰਚ ਕਰ ਸਕਦੇ ਹਾਂ, ਸਮਝ ਸਕਦੇ ਹਾਂ। ਗੁਰਬਾਣੀ ਨੂੰ ਪੜ੍ਹਨ ਦੇ ਲਈ ਭਾਵੇਂ ਅਸੀਂ ਕਿਸੇ ਇੱਕ ਅਲਫਾਬੈਟ ਨੂੰ ਲਿਖੀਏ ਤਾਂ ਵੀ ਸਾਡੇ ਕੋਲ ਸ਼ਬਦ ਪੰਕਤੀਆਂ ਆ ਜਾਂਦੀਆਂ ਨੇ। ਭਾਵੇਂ ਅਸੀਂ ਪੂਰਾ ਅੱਖਰ ਲਿਖ ਕੇ ਜੇ ਕੋਈ ਸ਼ਬਦ ਨੂੰ ਸਮਝਣਾ ਚਾਹੁੰਦੇ ਹਾਂ, ਜਾਂ ਕਿਸੇ ਪੰਕਤੀ ਨੂੰ, ਜਾਂ ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਹਾਂ, ਉਹ ਵੀ ਅੱਜ ਐਪਲੀਕੇਸ਼ਨ ਦੇ ਥਰੂ ਅਸੀਂ ਕਰ ਸਕਦੇ ਹਾਂ। ਜੇ ਅਸੀਂ ਅੱਜ ਚਾਹੀਏ ਤਾਂ ਅਸੀਂ ਇੱਕ ਸਪੈਸੀਫਿਕ ਰਾਗ ਦੀ ਬਾਣੀ ਪੜ੍ਹਨੀ ਹੈ, ਜਾਂ ਕਿਸੇ ਇੱਕ ਸਪੈਸੀਫਿਕ ਭਗਤ ਸਾਹਿਬਾਨ ਦੀ ਬਾਣੀ ਜਾਂ ਗੁਰ ਸਾਹਿਬਾਨ ਦੀ ਬਾਣੀ ਨੂੰ ਪੜ੍ਹਨਾ ਹੈ, ਉਹ ਵੀ ਅਸੀਂ ਅੱਜ ਐਪਲੀਕੇਸ਼ਨ ਦੇ ਥਰੂ ਪੜ੍ਹ ਸਕਦੇ ਹਾਂ। ਹੋਰ ਤਾਂ ਹੋਰ, ਅੱਜ ਅਸੀਂ ਗੁਰਬਾਣੀ ਨੂੰ ਜੇ ਡਿਜੀਟਲ ਰੂਪ ਵਿੱਚ ਪੜ੍ਹਨਾ ਤਾਂ ਇਹ ਵੀ ਆਪਸ਼ਨ ਅਵੇਲੇਬਲ ਹੈ ਕਿ ਲੜੀਵਾਰ ਸਰੂਪ ਵਿੱਚ ਪੜ੍ਹਨਾ ਹੈ ਜਾਂ ਪਦ-ਛੇਦ ਸਰੂਪ ਵਿੱਚ ਪੜ੍ਹਨਾ ਹੈ। ਸੋ ਬੜੇ ਸਾਰੇ ਜਿਹੜੀ ਹੈ ਡਿਜੀਟਾਈਜੇਸ਼ਨ ਨੇ ਬੈਨੀਫਿਟ ਸਾਨੂੰ ਪ੍ਰੋਵਾਈਡ ਕੀਤੇ ਨੇ। ਇਹਦੇ ਵਿੱਚ ਹੁਣ ਜਿਹੜੀ ਹੈ ਫੋਰਨ ਕੰਟਰੀਜ਼ ਜਾਂ ਇੰਡੀਆ ਵਿੱਚ ਵੀ ਜਿਹੜੀਆਂ ਅਗਲੀਆਂ ਜਨਰੇਸ਼ਨਸ ਨੇ, ਉਹਨਾਂ ਵਾਸਤੇ ਹੋਰ ਵੀ ਸੌਖਾ ਹੋ ਗਿਆ ਕਿ ਉਹਨਾਂ ਵਾਸਤੇ ਇੰਗਲਿਸ਼ ਦੀ ਟ੍ਰਾਂਸਲੇਸ਼ਨ ਵੀ ਅਵੇਲੇਬਲ ਹੈ। ਕਾਫੀ ਵਧੀਆ ਉਪਰਾਲਾ ਹੈ। ਜਿੰਨੇ ਵੀ ਲੋਕ ਇਨਵੋਲਵਡ ਨੇ, ਜਦੋਂ ਗੁਰਬਾਣੀ ਪੜ੍ਹਨਾ ਚਾਹੁੰਦੇ ਨੇ, ਨਾ ਐਪਲੀਕੇਸ਼ਨਸ ਦੇ ਥਰੂ ਪੜ੍ਹ ਸਕਦੇ ਨੇ। ਜਿਨ੍ਹਾਂ ਨੇ ਵੀ ਇਹ ਸੇਵਾ ਕੀਤੀ ਹੈ ਜਾਂ ਇਹ ਕਰ ਰਹੇ ਨੇ,
ਉਹਨਾਂ ਨੂੰ ਐਪਰੀਸ਼ੀਏਟ ਅਸੀਂ ਤਾਂ ਹੀ ਕਰ ਸਕਦੇ ਹਾਂ ਕਿ ਅਸੀਂ ਗੁਰਬਾਣੀ ਦੀਆਂ ਇਹਨਾਂ ਐਪਲੀਕੇਸ਼ਨਸ ਨੂੰ, ਇਹਨਾਂ ਪਲੇਟਫਾਰਮ ਨੂੰ ਸੁਚੱਜੇ ਢੰਗ ਨਾਲ ਯੂਜ਼ ਕਰੀਏ, ਤਾਂ ਕਿ ਗੁਰਬਾਣੀ ਮੇਰੇ ਜੀਵਨ ਦੀ ਰੋਜ਼ਮਰਾ ਦਾ ਹਿੱਸਾ ਬਣ ਸਕੇ, ਮੈਂ ਹਰ ਇੱਕ ਸਟੈਪ ਤੇ ਗੁਰਬਾਣੀ ਤੋਂ ਸਿੱਖਿਆ ਲੈ ਸਕਾਂ। ਤਾਂ ਇਹੀ ਉਹਨਾਂ ਨੂੰ ਅਸਲੀ ਸ਼ੁਕਰਾਨਾ ਹੋਏਗਾ ਇੰਨੇ ਵੱਡੇ ਐਫਰਟ ਨੂੰ ਕਰਨ ਦਾ। ਕੁਝ ਫਨ ਫੈਕਟਸ ਅਸੀਂ ਇਹ ਵੀ ਸਮਝੇ ਕਿ ਵੀ ਮਹੱਲਾ ਦਾ ਮੀਨਿੰਗ ਕੀ ਹੁੰਦਾ। ਅਸੀਂ ਪਹਿਲਾਂ ਸਿੱਖਿਆ ਸੀ ਕਿ ਮਹੱਲਾ ਪਹਿਲਾ, ਮਹੱਲਾ ਦੂਜਾ ਜਾਂ ਮਹੱਲਾ 10ਵਾਂ। ਮਹੱਲਾ ਦਾ ਮੀਨਿੰਗ ਹੁੰਦਾ ਸਟੇਬਲ। ਅਸੀਂ ਇਹ ਸਮਝਿਆ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਚੀਜ਼ ਨੂੰ ਹਿਲਾਇਆ ਜੁਲਾਇਆ ਨਹੀਂ ਜਾ ਸਕਦਾ, ਛੇੜਛਾੜ ਨਹੀਂ ਕੀਤੀ ਜਾ ਸਕਦੀ। ਇਹ ਵਰਡ ਕਿੱਥੋਂ ਆਇਆ ਕਿ ਜਿਵੇਂ ਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਪੈਲੇਸ ਜਾਂ ਕਾਸਲ ਜਾਂ ਫੋਰਟ ਹੁੰਦੇ ਸੀਗੇ, ਉਹਨਾਂ ਨੂੰ ਮਹੱਲ ਬੋਲਿਆ ਜਾਂਦਾ ਸੀ, ਕਿ ਜਿਹੜਾ ਕਿ ਇੱਕ ਸਟਰੈਂਥ ਦਾ ਸਿੰਬਲ ਹੁੰਦਾ ਸੀਗਾ। ਇਸੇ ਪ੍ਰਕਾਰ ਜਿਹੜਾ ਮਹੱਲਾ ਗੁਰੂ ਸਾਹਿਬਾਨ ਦੇ ਲਈ ਵਰਤਿਆ ਗਿਆ ਐਜ਼ ਅ ਸਿੰਬਲ ਆਫ ਸਟਰੈਂਥ, ਕਿਉਂਕਿ ਉਹ ਪਰਮੇਸ਼ਵਰ ਨਾਲ ਜੁੜੇ ਹੋਏ ਸੀ। ਉਹ ਮਾਇਆ ਉਹਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕਰਕੇ ਦਿਖਾਇਆ ਕਿ ਮਾਇਆ ਜਿਹੜੀ ਹੈ ਉਹਦੇ ਵਿੱਚ ਸਥਿਰਤਾ ਨਾਲ ਕਿਵੇਂ ਜੀਵਨ ਜੀਆ ਜਾ ਸਕਦਾ ਹੈ, ਜੇ ਤੁਸੀਂ ਗੁਰਬਾਣੀ ਦੇ ਸੇਧ ਲੈ ਕੇ ਗੁਰੂ ਸਾਹਿਬ ਦੇ ਦੱਸੇ ਪੁਰਨਿਆਂ ਤੇ ਅਸੀਂ ਚੱਲਦੇ ਹਾਂ, ਗੁਰਬਾਣੀ ਦੀ ਸਿੱਖਿਆ ਦੇ ਅਨੁਸਾਰ ਜੀਵਨ ਜੀਂਦੇ ਹਾਂ, ਤਾਂ ਅਸੀਂ ਉਸ ਸਟੇਟ ਨੂੰ ਕਿਸ ਤਰ੍ਹਾਂ ਅਚੀਵ ਕਰ ਸਕਦੇ ਹਾਂ। ਟੋਟਲ ਨੰਬਰ ਆਫ ਜਿਹੜੇ ਅੰਕ ਨੇ ਉਹ ਗੁਰਬਾਣੀ ਦੇ ਵਿੱਚ ਅਸੀਂ ਕਈ ਵਾਰ ਸਮਝਿਆ ਹੈ ਪਹਿਲਾਂ ਵੀ, ਤੇ 1430 ਨੇ, ਤੇ ਕਾਫੀ ਸਾਰੀਆਂ ਭਾਸ਼ਾਵਾਂ ਵੀ ਵਰਤੀਆਂ ਗਈਆਂ, ਕਿਉਂਕਿ ਜਦੋਂ ਭਗਤ ਸਾਹਿਬਾਨ ਸੀਗੇ ਉਹ ਜਿਓਗ੍ਰਾਫਿਕਲੀ ਬੜੇ ਡਾਈਵਰਸ ਲੋਕੇਸ਼ਨਸ ਤੋਂ ਸੀਗੇ, ਤਾਂ ਉਹਨਾਂ ਨੇ ਵੀ, ਗੁਰੂ ਸਾਹਿਬਾਨ ਨੇ ਵੀ ਬੜੀਆਂ ਭਾਸ਼ਾਵਾਂ ਦੇ ਵਿੱਚ ਜਿਹੜੀ ਹੈ ਬਾਣੀ ਨੂੰ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਨੂੰ ਪੰਜਾਬੀ, ਸੰਸਕ੍ਰਿਤ, ਹਿੰਦੀ, ਸਿੰਧੀ, ਪਰਸ਼ੀਅਨ ਜਾਂ ਅਰੇਬਿਕ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਜਿਹੜੀ ਆ ਉਹ ਗੁਰਬਾਣੀ ਜਿਹੜੀ ਆ ਲਿਖੀ ਮਿਲਦੀ ਹੈ। ਤੇ ਟੋਟਲ ਨੰਬਰ ਆਫ ਵਾਰਸ ਵੀ ਆਪਾਂ ਪਹਿਲਾਂ ਵੀ ਜਿਹੜਾ ਸਮਝਿਆ ਸੀਗਾ ਕਿ ਵਾਰ ਦਾ ਜੋ ਮੀਨਿੰਗ ਹੁੰਦਾ ਹੈ ਕਿ ਉਹ ਜੰਗ ਹੈ ਜਿਹੜੀ ਕਿ ਮੈਂ ਆਪਣੇ ਮਨ ਨਾਲ ਲੜਨੀ ਹੈ ਜਾਂ ਆਪਣੀ ਬੈਡ ਵੌਇਸ ਨਾਲ ਲੜਨੀ ਹੈ। ਮੈਂ ਕਿੱਦਾਂ ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਬੈਡ ਵੌਇਸ ਜਾਂ ਮਨ ਨਾਲ ਲੜਦਿਆਂ ਹੋਇਆਂ ਕਿਵੇਂ ਆਪਣੀ ਜੋਤ ਦੀ ਸ਼ਰਨ ਵਿੱਚ ਜਾਣਾ ਹੈ, ਆਪਣੀ ਗੁੱਡ ਵੌਇਸ ਨਾਲ ਕਨੈਕਟ ਹੋਣਾ ਹੈ। 22 ਟੋਟਲ ਵਾਰਾਂ ਨੇ। ਕੁਝ ਵਾਰਾਂ ਜਿਵੇਂ ਕਿ ਆਸਾ ਕੀ ਵਾਰ, ਬਸੰਤ ਕੀ ਵਾਰ, ਮਾਝ ਕੀ ਵਾਰ, ਵਡਹੰਸ ਕੀ ਵਾਰ ਵਗੈਰਾ, ਇਹ ਜਿਹੜੀਆਂ ਨੇ ਵਾਰਾਂ ਨੇ, ਪਰ ਹੋਰ ਵੀ ਟੋਟਲ ਨੰਬਰ ਆਫ ਜਿਹੜੀਆਂ ਵਾਰ ਸਾਨੂੰ ਗੁਰਬਾਣੀ ਦੇ ਵਿੱਚ ਮਿਲਦੀਆਂ ਨੇ ਉਹ 22 ਨੇ। ਸਾਰੇ ਚੈਪਟਰ ਨੂੰ ਸਮਰਾਈਜ਼ ਕਰਨ ਦੇ ਲਈ ਅਸੀਂ ਇਸ ਸਲਾਈਡ ਦੇ ਵਿੱਚ ਦੇਖਿਆ ਕਿ ਅਸੀਂ ਇਸ ਚੈਪਟਰ ਦੇ ਵਿੱਚ ਅਸੀਂ ਇਹ ਸਿੱਖਿਆ ਕਿ ਕਿਨੇ ਕੌਣ ਸੀਗੇ ਜਿਨ੍ਹਾਂ ਸਾਰੇ ਭਗਤਾਂ ਨੇ, ਗੁਰਸਾਹਿਬਾਨ ਨੇ, ਭੱਟ ਸਾਹਿਬਾਨ ਨੇ, ਜਿੰਨੇ ਵੀ ਗੁਰਸਿੱਖ ਹੋਏ ਉਹ ਕੌਣ ਸੀਗੇ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਕੰਟਰੀਬਿਊਸ਼ਨ ਕੀਤੀ, ਉਹਨਾਂ ਦੀ ਬੈਕਗਰਾਉਂਡ ਕੀ ਸੀਗੀ, ਉਹਨਾਂ ਦੇ ਪ੍ਰੋਫੈਸ਼ਨਸ ਕੀ ਸੀਗੇ, ਜਾਂ ਉਹ ਕਿਹੜੀਆਂ ਲੋਕੇਸ਼ਨਸ ਤੋਂ ਆਏ ਸੀਗੇ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਗੁਰਬਾਣੀ ਨੂੰ ਕਿਸ ਤਰ੍ਹਾਂ ਡਿਫਰੈਂਟ ਟਾਈਪਸ ਆਫ ਪੋਇਟਿਕ ਕੰਸਟਰਕਟ ਦੇ ਵਿੱਚ ਲਿਖਿਆ ਗਿਆ, ਕਿੰਨਾ ਰਾਗ ਯੂਜ਼ ਕੀਤੇ ਗਏ ਗੁਰਬਾਣੀ ਨੂੰ ਕੰਪੋਜ਼ ਕਰਨ ਦੇ ਲਈ। ਅਸੀਂ ਇਹ ਵੀ ਸਮਝਿਆ ਕਿ ਗੁਰਬਾਣੀ ਨੇ ਹਿਸਟਰੀ ਦੇ ਵਿੱਚ ਜਦੋਂ ਉਹਦੀ ਕੰਪਾਈਲਾਈਜੇਸ਼ਨ ਦੀ ਜਿਹੜੀ ਰਾਈਟਿੰਗ ਸਟਾਈਲਸ ਦੇ ਬਾਰੇ ਵੀ ਜਾਣਿਆ ਕਿ ਕਿਵੇਂ ਗੁਰਬਾਣੀ ਨੂੰ 2 ਵਾਰੀ ਲਿਖਿਆ ਗਿਆ, ਕਿਹੜੇ ਰਾਈਟਿੰਗ ਸਟਾਈਲਸ ਯੂਜ਼ ਹੋਏ, ਕਿਹੜੀਆਂ ਭਾਸ਼ਾਵਾਂ ਵਰਤੀਆਂ ਗਈਆਂ। ਫਿਰ ਅਸੀਂ ਇਹ ਵੀ ਸਮਝਿਆ ਕਿ ਵੀ ਜਿੰਨੇ ਵੀ ਗੁਰਬਾਣੀ ਦੇ ਵਿੱਚ ਜਿਨ੍ਹਾਂ ਨੇ ਵੀ ਕੰਟਰੀਬਿਊਟ ਕੀਤਾ, ਕਿਉਂਕਿ ਉਹ ਬੜੀ ਡਾਈਵਰਸ ਲੋਕੇਸ਼ਨ ਤੋਂ ਆਏ ਸੀ, ਉਹਨਾਂ ਦੀ ਬੈਕਗਰਾਉਂਡ ਬੜੀ ਡਾਈਵਰਸ ਸੀਗੀ, ਉਹਨਾਂ ਦੇ ਕੋਲ ਬੜਾ ਬੈਕਗਰਾਉਂਡ ਡਿਫਰੈਂਟ ਸੀਗਾ, ਤਾਂ ਉਹ ਸਾਰਿਆਂ ਦੀ ਕੰਟਰੀਬਿਊਸ਼ਨ ਨਾਲ ਅੱਜ ਸਾਡੇ ਕੋਲ ਇੱਕ ਬਹੁਤ ਹੀ ਜਿਹੜਾ ਇੱਕ ਅੱਛਾ ਗੁਰਬਾਣੀ ਦਾ ਸਿਧਾਂਤ ਸਾਡੇ ਕੋਲ ਅਵੇਲੇਬਲ ਹੈ ਕਿ ਅਸੀਂ ਜੇ ਡਿਫਰੈਂਟ ਤਰੀਕੇ ਨਾਲ ਗੁਰਬਾਣੀ ਦੇ ਮੈਸੇਜ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਗੁਰਬਾਣੀ ਜੀਵਨ ਦੇ ਹਰੇਕ ਪਹਿਲੂ ਨੂੰ ਬਹੁਤ ਹੀ ਡਿਫਰੈਂਟ ਤਰੀਕਿਆਂ ਨਾਲ ਵੀ ਐਡਰੈਸ ਕਰਕੇ ਸਾਨੂੰ ਗਿਆਨ ਦੇ ਰਹੀ ਹੈ ਕਿ ਕਿੱਦਾਂ ਅਸੀਂ ਮਨੁੱਖਾ ਜਨਮ ਦੇ ਵਿੱਚ ਰਹਿੰਦੇ ਹਾਂ, ਬਹੁਤ ਹੀ ਪ੍ਰਕਾਰ ਦੇ ਚੈਲੰਜਸ ਨੂੰ ਕਿਵੇਂ ਐਡਰੈਸ ਕਰ ਸਕਦੇ ਹਾਂ, ਤੇ ਕਿੱਦਾਂ ਅਸੀਂ ਨਾ ਕਿ ਸਿਰਫ ਸੰਸਾਰਿਕ ਜੀਵਨ ਅੱਛਾ ਜੀਣਾ, ਆਪਣੇ ਮਨੁੱਖਾ ਜਨਮ ਦੇ ਉਦੇਸ਼ ਨੂੰ ਵੀ ਕਿਵੇਂ ਪੂਰਾ ਕਰ ਸਕਦੇ ਹਾਂ। ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਿੱਦਾਂ ਹੌਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਤ ਰੂਪ ਦੇ ਵਿੱਚੋਂ ਦੀ ਅਸੀਂ ਪ੍ਰਿੰਟਡ ਵਰਜ਼ਨਸ ਵਿੱਚ ਆਏ, ਤੇ ਕਿੱਦਾਂ ਫਿਰ ਅੱਜ ਸਾਡੇ ਕੋਲ ਡਿਜੀਟਲ ਵਰਜ਼ਨ ਦੇ ਰੂਪ ਦੇ ਵਿੱਚ ਵੀ ਗੁਰਬਾਣੀ ਮੌਜੂਦ ਹੈ। ਇਸ ਚੈਪਟਰ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਅਸੀਂ ਬੇਸਿਕਸ ਆਫ ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਟਰਕਚਰ ਨੂੰ, ਤੇ ਇਹਦੇ ਵਿੱਚ ਸਾਰਿਆਂ ਦੀ ਕੰਟਰੀਬਿਊਸ਼ਨਸ ਨੂੰ, ਤੇ ਇਹਦੇ ਰਾਈਟਿੰਗ ਸਟਾਈਲਸ ਨੂੰ ਸਾਰਾ ਸਮਝਣ ਦੀ ਕੋਸ਼ਿਸ਼ ਕੀਤੀ। ਅਸੀਂ ਉਮੀਦ ਕਰਦੇ ਹਾਂ ਕਿ ਇਸ ਚੈਪਟਰ ਦੇ ਵਿੱਚ ਅਸੀਂ ਇਹ ਅੱਛੀ ਤਰ੍ਹਾਂ ਡਿਲੀਵਰ ਕਰ ਪਾਏ ਹਾਂ
ਕਿ ਗੁਰਬਾਣੀ ਨੂੰ ਅਸੀਂ ਐਪਰੀਸ਼ੀਏਟ ਕਰੀਏ। ਗੁਰਬਾਣੀ ਜੋ ਹੈ ਇੱਕ ਬਹੁਤ ਹੀ ਵਡਮੁੱਲਾ ਸਾਡੇ ਕੋਲ ਖਜ਼ਾਨਾ, ਬਹੁਤ ਹੀ ਵੱਡਾ ਗਿਆਨ ਜੋ ਸਾਡੇ ਕੋਲ ਅੱਜ ਅਵੇਲੇਬਲ ਹੈ। ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇੰਨਾ ਉੱਦਮ ਕਰਕੇ ਗੁਰਸਾਹਿਬਾਨ ਨੇ ਸਾਡੇ ਤੱਕ ਇਹ ਖਜ਼ਾਨਾ ਪਹੁੰਚਾਇਆ। ਅਸੀਂ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਤੋਂ ਸੇਧ ਲਈਏ ਤੇ ਆਪਣੇ ਜੀਵਨ ਦੇ ਵਿੱਚ, ਆਪਣੇ ਹਰ ਰੋਜ਼ ਦੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਆਪਣਾ ਹਿੱਸਾ ਬਣਾ ਕੇ ਆਪਣੇ ਉਦੇਸ਼ ਵੱਲ ਫੋਕਸਡ ਰਹੀਏ, ਤਾਂ ਕਿ ਅਸੀਂ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਆਪਣੇ ਜਿਹੜੇ ਮਨੁੱਖਾ ਜਨਮ ਦੇ ਉਦੇਸ਼ ਨੂੰ ਪੂਰਾ ਕਰ ਸਕੀਏ। ਇਹਨਾਂ ਸ਼ਬਦਾਂ ਦੇ ਨਾਲ ਇਸ ਚੈਪਟਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।